ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹ ਵਿਡਾਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਜੀ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਅਸੀਸਾਂ ਨਾਲ ਭਰੀ ਹੋਈ ਪਾਵਨ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਪਿਆਰ ਸਤਿਕਾਰ ਨਾਲ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਦਿਲਾਂ ਦੀ ਧੜਕਣ ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ, ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੂਹ ਆਖਿਆ ਜਾਂਦਾ ਹੈ, ਜਿਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦਾ ਨਿਚੋੜ ਹੈ। ਇੱਕ ਇਲਾਹੀ ਸੱਚ ਹੈ, ਇੱਕ ਐਸਾ ਅੰਮ੍ਰਿਤ ਹੈ ਜਿਹੜਾ ਨਿਤ ਝਰਦਾ ਹੈ ਤੇ ਜਿਹਨੂੰ ਪੀ ਕੇ ਗੁਰੂ ਦਾ ਸਿੱਖ ਆਪਣੇ ਜੀਵਨ ਨੂੰ ਪਵਿੱਤਰ ਕਰਦਾ ਹੈ। ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਨੂੰ ਪੜ੍ਹਨ ਦੇ ਨਾਲ ਜਿੱਥੇ ਸਾਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਅਸੀਂ ਸੱਚਮੁੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪੁੱਤਰ ਹਾਂ, ਅਸੀਂ ਉਹਦੀ ਔਲਾਦ ਹਾਂ ਜਿਹਨੇ ਸਾਨੂੰ ਪੈਦਾ ਕੀਤਾ, ਤੇ ਸਾਨੂੰ ਕੇਵਲ ਉਸ ਪ੍ਰਮਾਤਮਾ ਦੇ ਪਵਿੱਤਰ ਚਰਨਾਂ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਇੱਕ ਓਂਕਾਰ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਦੀ ਇਸ ਪਾਵਨ ਬਾਣੀ ਨੇ ਸਾਨੂੰ ਇਹੀ ਦੱਸਿਆ ਕਿ ਗੁਰੂ ਪਿਆਰਿਓ, ਵਾਹਿਗੁਰੂ ਦੇ ਹੁਕਮ ਦੇ ਵਿੱਚ ਦਿਨ ਕੱਟੋ। ਉਹਦੇ ਹੁਕਮ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੁੰਦਾ ਹੈ। ਤੇ ਜਿਹੜਾ ਇਨਸਾਨ ਆਪਣੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦਾ ਹੈ, ਉਹ ਬੜਾ ਭਾਗਾਂ ਵਾਲਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਐਸੀਆਂ ਬਾਤਾਂ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨ ਦੇ ਨਾਲ, ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਹੀ ਮਾਇਨੇ 'ਚ ਅਸੀਂ ਪਰਮਾਤਮਾ ਦੇ ਨਾਲ ਜੁੜ ਰਹੇ ਹਾਂ, ਪਰਮਾਤਮਾ ਦੇ ਨਾਲ ਕਨੈਕਟ ਹੋ ਰਹੇ ਹਾਂ। ਤੇ ਪਰਮਾਤਮਾ ਤੇ ਸਾਡੇ ਵਿਚਕਾਰ ਹੋਰ ਜਿਹੜੇ ਲੋਕ ਆ ਕੇ ਵਸੇ ਹੋਏ ਨੇ, ਤੀਜੀ ਧਿਰ ਆ ਕੇ ਵਸੀ ਹੋਈ ਹੈ, ਉਹਨੂੰ ਅਸੀਂ ਦੂਰ ਕਰਨ ਦਾ ਯਤਨ ਕਰ ਰਹੇ ਹਾਂ। ਕਿਉਂਕਿ ਗੁਰਬਾਣੀ ਦੀ ਸੋਝੀ ਬਹੁਤ ਜ਼ਰੂਰੀ ਹੈ। ਜਦੋਂ ਤੱਕ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਮਿਲਦੀ, ਗੁਰਬਾਣੀ ਦਾ ਮਾਇਨਾ ਨਹੀਂ ਪਤਾ ਹੁੰਦਾ, ਉਦੋਂ ਤੱਕ ਭਟਕਣਾ ਬਣੀ ਰਹੇਗੀ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਸਾਡੇ ਕੋਲ ਜਪਜੀ ਸਾਹਿਬ ਦੀ 30 ਨੰਬਰ ਪੌੜੀ ਮੌਜੂਦ ਹੈ, ਜਿਹਦੀ ਸ਼ੁਰੂਆਤ ਕਰਦੇ ਹਾਂ ਗੁਰੂ ਨਾਨਕ ਸਾਹਿਬ ਨੇ ਬਾ ਕਮਾਲ ਕੀਤੀ ਹੈ। ਦੇਖੋ, ਪਹਿਲੀ ਤਾਂ ਗੱਲ ਇਹ ਦੱਸ ਦੇਵਾਂ ਕਿ ਸਿੱਖ ਧਰਮ ਇੱਕ ਬੜਾ ਵਿਲੱਖਣ ਧਰਮ ਹੈ, ਅਨੋਖਾ ਧਰਮ ਹੈ। ਤੇ ਇਸ ਧਰਮ ਨੇ ਉਸ ਟਾਈਮ ਦੇ ਬ੍ਰਾਹਮਣਵਾਦੀ ਕਰਮਕਾਂਡਾਂ ਦੇ ਉੱਤੇ ਕਰਾਰੀ ਚੋਟ ਮਾਰੀ ਸੀ, ਜਿਹਦਾ ਬੜਾ ਵੱਡਾ ਦੁੱਖ ਉਸ ਟਾਈਮ ਦੇ ਪੰਡਤਾਂ ਨੂੰ ਲੱਗਾ ਸੀ, ਮੁੱਲਾ ਮਲਾਣਿਆਂ ਨੂੰ ਵੀ ਲੱਗਾ ਸੀ, ਹੋਰ ਧਰਮ ਦੇ ਜਿਹੜੇ ਠੇਕੇਦਾਰ ਸੀ ਉਹਨਾਂ ਨੂੰ ਵੀ ਲੱਗਾ ਸੀ, ਜਿਹੜੇ ਲੋਕਾਂ ਨੂੰ ਲੁੱਟ-ਲੁੱਟ ਕੇ ਰਾਤ ਦਿਨ ਖਾ ਰਹੇ ਸਨ, ਜਿਹੜੀਆਂ ਜੋਕਾਂ ਚੰਬੜੀਆਂ ਹੋਈਆਂ ਸਨ ਲੋਕਾਂ ਨੂੰ, ਉਹਨਾਂ ਨੂੰ ਵੀ ਲੱਗਾ ਸੀ। ਤੇ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੱਚ ਦਾ ਹੋਕਾ ਦੇਣ ਲਈ ਆਏ ਸੀ, ਸੋ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ। ਧੰਨ ਗੁਰੂ ਨਾਨਕ ਸਾਹਿਬ ਨੇ ਅੱਜ ਇੱਕ ਬੜਾ ਵੱਡਾ ਵਹਿਮ ਤੋੜਿਆ ਹੈ। ਪਹਿਲਾਂ ਤਾਂ ਮੈਂ ਦੱਸ ਦੇਵਾਂ ਇੱਕ ਓਂਕਾਰ ਤੋਂ ਇੱਥੋਂ ਤੱਕ ਦੀ ਕਹਾਣੀ। ਇੱਕ ਓਂਕਾਰ ਤੇ ਓਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਯਾਦ ਰੱਖਿਓ। ਦੇਵੀ ਦੇਵਤਿਆਂ ਦਾ ਉਪਾਸ਼ਕ ਇਨਸਾਨ ਓਮ ਦੀ ਆਰਾਧਨਾ ਕਰਦਾ ਹੈ, ਸ਼ਿਵ, ਬ੍ਰਹਮਾ ਤੇ ਵਿਸ਼ਨੂੰ। ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ਬ੍ਰਹਮਾ ਸ੍ਰਿਸ਼ਟੀ ਪੈਦਾ ਕਰਨ ਵਾਲਾ ਹੈ, ਵਿਸ਼ਨੂੰ ਰਿਜ਼ਕ ਦੇਣ ਵਾਲਾ ਹੈ ਤੇ ਸ਼ਿਵ ਦਰਬਾਰ ਲਗਾਉਣ ਵਾਲਾ ਹੈ ਮੌਤ ਦਾ। ਲੇਕਿਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਹਿਬ ਨੇ ਇੱਕ ਬੜੀ ਕਮਾਲ ਦੀ ਗੱਲ ਕਹਿ ਦਿੱਤੀ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਰਿਮਾਈਂਡਰ ਕਰਾ ਦੇਣਾ, ਪਿੱਛੇ ਅਸੀਂ ਵਿਚਾਰ ਕੇ ਆਏ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਪਣੀ ਪਾਵਨ ਬਾਣੀ ਵਿੱਚ ਲਿਖ ਕੇ ਤੇ ਸਿੱਖ ਨੂੰ ਬਾਕਾਇਦਾ ਸਮਝਾ ਦਿੱਤੀ ਸੀ ਕਿ ਅੱਜ ਤੋਂ ਬਾਅਦ ਤੇਰਾ ਗੁਰੂ ਹੀ ਸਾਰਾ ਕੁਝ ਹੈ ਤੇਰੇ ਲਈ। ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਬਤੀ ਮਾਈ, ਕਿ ਤੈਨੂੰ ਕਿਸੇ ਦੇ ਹੋਰ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ, ਕਿ ਤੈਨੂੰ ਹੋਰ ਕਿਸੇ ਦੇ ਮੂਹਰੇ ਤਰਲੇ ਕੱਢਣ ਦੀ ਲੋੜ ਨਹੀਂ। ਤੇਰੇ ਲਈ ਤੇਰਾ ਗੁਰੂ ਹੀ ਸਾਰਾ ਕੁਝ ਹੈ। ਤੈਨੂੰ ਸ਼ਿਵ, ਵਿਸ਼ਨੂੰ, ਬ੍ਰਹਮਾ ਜਾਂ ਪਾਰਬਤੀ ਦੇ ਚਰਨਾਂ 'ਚ ਡਿੱਗਣ ਦੀ ਲੋੜ ਨਹੀਂ ਹੈ। ਕੇਵਲ ਆਪਣੇ ਗੁਰੂ ਨੂੰ ਸਭ ਕੁਝ ਮੰਨ ਕੇ ਚੱਲੀ। ਤੇ ਪਾਰਬਤੀ ਸ਼ਬਦ ਲਿਖ ਕੇ ਸਤਿਗੁਰੂ ਨੇ ਵੀ ਕਹਿਤਾ ਸੀ ਵੀ ਦੇਵੀ ਦੇਵਤਿਆਂ ਦੇ ਮੂਹਰੇ ਨਹੀਂ ਝੁਕਣਾ। ਜਿੰਨੀਆਂ ਦੇਵੀਆਂ ਨੇ ਉਹਨਾਂ ਦਾ ਮੂਲ ਪਾਰਬਤੀ ਹੈ। ਬਾਕੀ ਤੁਸੀਂ ਆਪ ਖੁਦ ਪੁਰਾਣਾ ਕੁਰਾਨਾ ਤੇ ਵੇਦਾਂ ਪੜ੍ਹ ਕੇ ਦੇਖ ਲਓ।
ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਕਦੇ ਵੀ ਕਿਸੇ ਦੇ ਮੂਹਰੇ ਨਹੀਂ ਝੁਕਣਾ, ਚਾਹੇ ਉਹ ਦੁਰਗਾ ਦੇਵੀ ਹੈ, ਚਾਹੇ ਉਹ ਵੈਸ਼ਨੋ ਦੇਵੀ ਹੈ, ਚਾਹੇ ਉਹ ਨੈਣਾ ਦੇਵੀ ਹੈ, ਚਾਹੇ ਉਹ ਕੋਈ ਵੀ ਦੇਵੀ ਹੈ, ਕਿਸੇ ਦੇ ਸਾਹਮਣੇ ਝੁਕਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦਾ ਮੂਲ ਪਾਰਵਤੀ ਹੈ। ਤੇ ਸੋ ਪਾਰਵਤੀ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਲਿਖ ਕੇ ਕਹਿ ਦਿੱਤਾ, ਸਿੱਖਾ ਤੇਰਾ ਗੁਰੂ ਹੀ ਤੇਰੇ ਲਈ ਸਾਰਾ ਕੁਝ ਹੈ, ਕਿਸੇ ਦੇ ਮੂਹਰੇ ਨਾ ਝੁਕੀ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਓਂਕਾਰ ਵਿੱਚ ਇਹ ਗੱਲ ਕਹੀ ਸੀ ਕਿ ਪ੍ਰਮਾਤਮਾ ਹੀ ਇੱਕ ਹੈ, ਸਰਬ ਵਿਆਪਕ ਹੈ, ਉਹੀ ਸਭ ਕੁਝ ਕਰਨ ਵਾਲਾ ਹੈ। ਸੋ ਅੱਜ ਜਿਹੜੀ ਗੱਲ ਅਸੀਂ ਵਿਚਾਰਨ ਲੱਗੇ ਹਾਂ, ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਗੱਲ ਆਖੀ, ਭਾਵੇਂ ਕਿ ਗੁੱਸਾ ਲੱਗਦਾ ਹੈ ਸਾਨੂੰ ਕਈ ਵਾਰ ਵੀ ਵਾਕਿਆ ਹੀ ਇਹ ਸੱਚ ਹੈ, ਕਿਉਂਕਿ ਬਹੁਤ ਸਾਰੇ ਸਿੱਖ ਘਰਾਣੇ ਹਿੰਦੂ ਮਤ ਦੇ ਉਪਾਸ਼ਕ ਨੇ, ਬਹੁਤ ਸਾਰੇ ਸਿੱਖ ਦੇਵੀ ਦੇਵਤਿਆਂ ਤੇ ਜਾਂਦੇ ਨੇ, ਮੰਦਰਾਂ 'ਚ ਟਲ ਖੜਕਾਉਂਦੇ ਨੇ, ਜਿਨ੍ਹਾਂ ਦੇ ਨੇ ਉਹਨਾਂ ਨੂੰ ਮੁਬਾਰਕ, ਕਿਸੇ ਨੂੰ ਗਲਤ ਨਹੀਂ ਅਸੀਂ ਕਹਿ ਲੱਗੇ, ਕਿਸੇ ਨੂੰ ਬੁਰਾ ਨਹੀਂ ਕਹਿਣ ਲੱਗੇ, ਪਰ ਸੱਚ ਇਹ ਹੈ ਤੋੜ ਵਿਛੋੜਾ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਰਿਲੀਜਨ ਦਾ ਫਰਕ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਿਧਾਂਤ ਦਾ ਫਰਕ ਹੈ। ਸਿੱਖ ਰਿਲੀਜਨ ਤੇ ਹਿੰਦੂ ਰਿਲੀਜਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਉਹਨਾਂ ਦੇ ਸਿਧਾਂਤ ਵੱਖਰੇ ਨੇ, ਸਾਡੇ ਵੱਖਰੇ ਨੇ, ਇਹ ਬਹੁਤ ਜ਼ਰੂਰੀ ਹੈ। ਪਰ ਜਦੋਂ ਕੜਮਾਸ ਹੋ ਗਿਆ ਤੇ ਕੰਮ ਖਤਮ ਹੈ। ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਕਿ ਪ੍ਰਮਾਤਮਾ ਨੂੰ ਲੋਕ ਭੁੱਲ ਚੁੱਕੇ ਨੇ, ਰੱਬ ਨੂੰ ਯਾਦ ਕਰਨਾ ਲੋਕਾਂ ਨੇ ਛੱਡ ਦਿੱਤਾ ਹੈ ਤੇ ਲੋਕ ਜੁੜ ਗਏ ਨੇ ਵਿਚੋਲਿਆਂ ਨਾਲ। ਮੰਨ ਲਓ ਸਾਡਾ ਘਰ ਤਿਆਰ ਕੀਤਾ ਇੱਕ ਮਿਸਤਰੀ ਨੇ, ਉਹਦਾ ਨਾਮ ਹੈ ਸਰਦੂਲ ਸਿੰਘ ਜਾਂ ਕੋਈ ਹੋਰ ਨਾਮ ਹੈ, ਉਸ ਨਾਮ ਦੇ ਮਿਸਤਰੀ ਨੂੰ ਆਪਾਂ ਛੱਡ ਕੇ ਮਿਸਤਰੀ ਦੀ ਸ਼ੋਭਾ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਵਡਿਆਈ ਕਰੀ ਜਾਈਏ ਜਿਨ੍ਹਾਂ ਨੇ ਮਾੜਾ ਮੋਟਾ ਪੋਚਾ ਪਚਾਈ ਕੀਤੀ ਹੈ, ਥੋੜਾ ਬਹੁਤਾ ਸ਼ਿੰਗਾਰਿਆ ਹੈ, ਤੇ ਉਹਨੂੰ ਛੱਡ ਦਈਏ ਜਿਹਨੇ ਤਿਆਰ ਕੀਤਾ, ਜਿਹਦਾ ਆਈਡੀਆ ਸੀ, ਜਿਹਨੇ ਡਿਜ਼ਾਈਨ ਤਿਆਰ ਕੀਤਾ, ਜਿਹਨੇ ਸਭ ਕੁਝ ਮਿਹਨਤ ਕੀਤੀ, ਤਾਂ ਫਿਰ ਅਗਲਾ ਨਾਰਾਜ਼ ਤਾਂ ਹੋਏਗਾ ਹੀ ਨਾ ਵੀ ਮੈਨੂੰ ਤਾਂ ਭੁੱਲ ਗਏ, ਮੈਂ ਇੰਨੀ ਮਿਹਨਤ ਕੀਤੀ ਤੇ ਮਾੜਾ ਮੋਟਾ ਪੋਚਾ ਪਚਾਈ ਕਰਨ ਵਾਲਿਆਂ ਦੇ ਪਿੱਛੇ ਜੁੜ ਗਏ। ਅਕਾਲ ਪੁਰਖ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਸ੍ਰਿਸ਼ਟੀ ਨੂੰ ਰਚਣ ਵਾਲੇ ਨੂੰ ਆਪਾਂ ਭੁੱਲ ਚੁੱਕੇ ਹਾਂ, ਛੱਡ ਚੁੱਕੇ ਹਾਂ ਤੇ ਅਸੀਂ ਜੁੜ ਚੁੱਕੇ ਹਾਂ ਹੋਰਨਾਂ ਦੇ ਨਾਲ। ਪਰਮਾਤਮਾ ਵਾਹਿਗੁਰੂ ਨੇ ਸਭ ਕੁਝ ਤਿਆਰ ਕੀਤਾ ਹੈ, ਇੱਕ ਇੱਕ ਚੀਜ਼ ਉਹਦੀ ਤਿਆਰ ਕੀਤੀ ਹੋਈ ਹੈ। ਨਿੱਕੇ ਨਿੱਕੇ ਜੀਵਾਂ ਤੋਂ, ਨਿੱਕੇ ਨਿੱਕੇ ਪਸ਼ੂਆਂ ਤੋਂ, ਪੰਛੀਆਂ ਤੋਂ ਲੈ ਕੇ ਇਨਸਾਨਾਂ ਤੱਕ ਰੰਗ ਭਰੇ ਨੇ ਉਹਨੇ ਬੜੇ ਪਿਆਰੇ। ਗੁਰੂ ਨਾਨਕ ਸਾਹਿਬ ਨੇ ਗੱਲ ਕਹੀ, ਕਹਿੰਦੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਲੋਕਾਂ ਦਾ ਇਹ ਖਿਆਲ ਹੈ ਕਿ ਇੱਕ ਮਾਇਆ ਨੇ ਕਿਸੇ ਤਰੀਕੇ ਨਾਲ ਪ੍ਰਸੂਤ ਹੋ ਕੇ ਤੇ ਤਿੰਨ ਚੇਲੇ ਪੈਦਾ ਕੀਤੇ ਆਪਣੇ ਅੱਗੇ, ਤਿੰਨ ਚੇਲਿਆਂ ਨੂੰ ਜਨਮ ਦਿੱਤਾ। ਏਕਾ ਮਾਈ, ਇੱਕ ਮਾਇਆ ਤੋਂ ਤਿੰਨ ਚੇਲੇ ਪੈਦਾ ਹੋਏ। ਕਿਹੜੇ? ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਪ੍ਰਵਾਨ ਪ੍ਰਤੱਖ ਤੌਰ ਤੇ ਉਹਨੇ ਪ੍ਰਗਟ ਕੀਤੇ, ਭਾਵ ਕਿ ਉਹਨੇ ਪੈਦਾ ਕੀਤੇ। ਕਿਹੜੇ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹ ਤਿੰਨ ਚੇਲੇ ਸਨ, ਬ੍ਰਹਮਾ, ਸ਼ਿਵ ਤੇ ਵਿਸ਼ਨੂੰ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਸੰਸਾਰੀ, ਉਹਨਾਂ ਚੋਂ ਇੱਕ ਨੂੰ ਥਾਪਿਆ ਸੰਸਾਰੀ ਭਾਵ ਬ੍ਰਹਮਾ, ਕਿ ਤੂੰ ਦੁਨੀਆ ਪੈਦਾ ਕਰਨੀ ਹੈ, ਸੰਸਾਰ ਬਣਾਉਣਾ ਹੈ। ਇਹ ਮਿੱਥ ਵੀ ਹੈ ਲੋਕਾਂ ਦੀ ਵੀ ਬ੍ਰਹਮਾ ਜੀ ਸੰਸਾਰ ਨੂੰ ਪੈਦਾ ਕਰ ਰਹੇ ਨੇ, ਦੁਨੀਆ ਨੂੰ ਪੈਦਾ ਕਰ ਰਹੇ ਨੇ। ਇੱਕ ਸੰਸਾਰੀ, ਫਿਰ ਦੂਸਰਾ ਇੱਕ ਭੰਡਾਰੀ। ਭੰਡਾਰੀ ਦਾ ਮਤਲਬ ਕੀ ਹੈ ਜੀ? ਭੰਡਾਰੀ ਭਾਵ ਵਿਸ਼ਨੂੰ, ਜਿਹੜਾ ਦੂਸਰੇ ਲੈਵਲ ਤੇ ਲੋਕਾਂ ਨੂੰ ਰਿਜ਼ਕ ਵੰਡ ਰਿਹਾ ਹੈ, ਰਿਜ਼ਕ ਦੇ ਰਿਹਾ ਹੈ। ਇੱਕ ਲਾਏ ਦੀ ਬਾਣ ਤੇ ਤੀਸਰਾ ਹੈ ਸ਼ਿਵ, ਉਹ ਦਰਬਾਰ ਸਜਾ ਕੇ ਬੈਠਾ ਹੈ ਮੌਤ ਦਾ, ਇਹ ਹਿਸਾਬ ਕਿਤਾਬ ਰੱਖ ਰਿਹਾ ਹੈ। ਲੇਕਿਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਦੋ ਗੱਲਾਂ ਜਿਹੜੀਆਂ ਉੱਪਰ ਦੀਆਂ ਕੀਤੀਆਂ, ਇਹ ਲੋਕਾਂ ਦਾ ਵਿਸ਼ਵਾਸ ਹੈ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਥੋਂ ਤੱਕ ਗੁਰੂ ਨਾਨਕ ਸਾਹਿਬ ਕਹਿੰਦੇ ਲੋਕ ਇਹ ਗੱਲ ਕਹਿੰਦੇ ਨੇ ਵੀ ਆ ਤਿੰਨ ਦੇਵਤੇ ਜਿਹੜੇ ਨੇ ਮਾਇਆ ਤੋਂ ਪੈਦਾ ਹੋਏ, ਜਿਹੜੇ ਇਹ ਦੁਨੀਆ ਚਲਾ ਰਹੇ ਆ। ਇੱਕ ਦੁਨੀਆ ਪੈਦਾ ਕਰ ਰਿਹਾ ਹੈ, ਦੂਸਰਾ ਰਿਜ਼ਕ ਦੇ ਰਿਹਾ ਹੈ, ਤੀਸਰਾ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਰਹਿ ਕੇ ਮੌਤ ਦਾ ਦਰਬਾਰ ਸਜਾ ਕੇ ਤੇ ਮੌਤ ਦਾ ਹਿਸਾਬ ਕਿਤਾਬ ਰੱਖ ਰਿਹਾ ਹੈ। ਲੇਕਿਨ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ। ਕਈ ਵਾਰ ਸਾਡੇ ਲੋਕ ਭੰਬਲ ਭੂਸੇ 'ਚ ਪੈ ਜਾਂਦੇ ਨੇ, ਭੁਲੇਖੇ 'ਚ ਪੈ ਜਾਂਦੇ ਨੇ, ਉਹਨਾਂ ਨੂੰ ਗੁਰਬਾਣੀ ਦਾ ਮਾਇਨਾ ਨਹੀਂ ਪਤਾ ਹੁੰਦਾ। ਬਸ ਇੱਕ ਪੰਕਤੀ ਲਿਖੀ, ਵੇਖੋ ਜੀ ਗੁਰੂ ਨਾਨਕ ਸਾਹਿਬ ਵੀ ਤਾਂ ਇਹ ਗੱਲ ਕਹਿ ਰਹੇ ਨੇ, ਪਰ ਅਰਥ ਅੱਗੇ ਸੁਣਿਓ। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡਾ ਵਿਸ਼ਵਾਸ ਹੈ, ਲੇਕਿਨ ਮੇਰਾ ਕੀ ਹੈ ਜੀ? ਅਗਲੀ ਗੱਲ ਜਿਹੜੀ ਹੈ ਉਹਦੇ 'ਚ ਕਟਨ ਕੀਤੀ ਹੈ। ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਕਹਿੰਦੇ ਨਾ ਸ਼ਿਵ, ਬ੍ਰਹਮਾ, ਵਿਸ਼ਨੂੰ ਇਹਨਾਂ ਦੇ ਹੱਥ ਕੋਈ ਕੁਝ ਵੀ ਨਹੀਂ। ਜਿਵ ਤਿਸ ਭਾਵੈ, ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਤਿਵੈ ਚਲਾਵੈ, ਉਸ ਤਰ੍ਹਾਂ ਹੀ ਪ੍ਰਮਾਤਮਾ ਇਸ ਦੁਨੀਆ ਨੂੰ ਪੈਦਾ ਕਰ ਰਿਹਾ ਹੈ, ਚਲਾ ਰਿਹਾ ਹੈ, ਰਿਜ਼ਕ ਦੇ ਰਿਹਾ ਹੈ।
ਜਿਵ ਹੋਵੇ ਫਰਮਾਨ, ਜਿਵੇਂ ਉਸ ਪ੍ਰਮਾਤਮਾ ਦਾ ਹੁਕਮ ਫਰਮਾਨ ਹੁੰਦਾ ਹੈ ਉਸੇ ਤਰ੍ਹਾਂ ਹੀ ਇਹ ਸੰਸਾਰ ਚੱਲ ਰਿਹਾ ਹੈ। ਬੰਦੇ ਦੇ ਹੱਥ ਵਿੱਚ ਕੁਝ ਨਹੀਂ, ਨਾ ਇਹਨਾਂ ਦੇਵਤਿਆਂ ਦੇ ਹੱਥ ਵਿੱਚ ਕੁਝ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਵੇਖਿਆ, ਕਹਿੰਦੇ ਵੇਖੋ ਕਿੰਨੀ ਬਦਕਿਸਮਤੀ ਹੈ ਕਿ ਪ੍ਰਮਾਤਮਾ ਸਾਨੂੰ ਵੇਖ ਰਿਹਾ ਹੈ, ਹਰ ਵਕਤ ਸਾਡੇ ਉੱਤੇ ਰੱਬ ਦੀ ਨਿਗਾਹ ਹੈ। ਅੱਜ ਸੀਸੀਟੀਵੀ ਕੈਮਰੇ ਤੋਂ ਆਪਾਂ ਕਿੰਨਾ ਡਰਦੇ ਹਾਂ, ਲੇਕਿਨ ਰੱਬ ਦਾ ਸੀਸੀਟੀਵੀ ਤਾਂ ਹਮੇਸ਼ਾ ਸਾਡੇ ਤੇ ਲੱਗਾ ਹੋਇਆ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਦਕਿਸਮਤੀ ਹੈ ਕਿ ਰੱਬ ਸਾਨੂੰ ਵੇਖਦਾ ਹੈ ਲੇਕਿਨ ਸਾਨੂੰ ਰੱਬ ਦਿਸਦਾ ਨਹੀਂ ਹੈ, ਅਸੀਂ ਰੱਬ ਨੂੰ ਨਹੀਂ ਵੇਖਦੇ। ਤਾਂ ਹੀ ਅਸੀਂ ਵਿਚਕਾਰਲੇ ਜਿਹੜੇ ਕੁਝ ਲੋਕ ਨੇ ਉਹਨਾਂ ਨੂੰ ਰੱਬ ਮੰਨਿਆ, ਭਗਵਾਨ ਮੰਨਿਆ ਤੇ ਉਹਨਾਂ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਹੁਤ ਆਏ ਵਡਾਣ, ਕਿੰਨੀ ਅਚਰਜ ਦੀ ਗੱਲ ਹੈ ਭਾਈ ਕਿ ਰੱਬ ਨੂੰ ਆਪਾਂ ਨਹੀਂ ਦੇਖ ਰਹੇ, ਰੱਬ ਸਾਨੂੰ ਵੇਖ ਰਿਹਾ ਤੇ ਵਡਿਆਈ ਜਿਹੜੀ ਹੈ ਆਪਾਂ ਰੱਬ ਦੀ ਕਰਨੀ ਛੱਡ ਕੇ ਹੋਰ ਪਾਸੇ ਤੁਰ ਪਏ। ਹੁਣ ਆਓ ਨਾਲ ਦੀ ਨਾਲ ਆਪਾਂ ਵਿਚਾਰ ਕਰਦੇ ਹਾਂ ਦੂਸਰੇ ਪਾਸੋਂ, ਫਿਰ ਅਖੀਰਲੀ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਸਾ ਦੀ ਵਾਰ ਵਿੱਚ ਵੀ ਆਖੀ, ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਬ੍ਰਹਮਾ ਨੇ ਦੁਨੀਆ ਪੈਦਾ ਨਹੀਂ ਕੀਤੀ, ਨਾ ਸ਼ਿਵ ਦਰਬਾਰ ਸਜਾ ਰਿਹਾ ਮੌਤ ਦਾ, ਨਾ ਵਿਸ਼ਨੂੰ ਰਿਜ਼ਕ ਦਿੰਦਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਪ੍ਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ। ਆਪ ਹੀ ਨੇ ਰਚਿਓ ਨਾਉ, ਆਪ ਹੀ ਪ੍ਰਮਾਤਮਾ ਨੇ ਆਪਣੀ ਪਹਿਚਾਨ ਕਾਇਮ ਕੀਤੀ, ਆਪਣਾ ਨਾਮ ਰਚਿਆ। ਦੋਈ ਕੁਦਰਤ ਸਾਜੀ ਹੈ, ਦੂਸਰੇ ਨੰਬਰ ਤੇ ਪ੍ਰਮਾਤਮਾ ਨੇ ਇਸ ਕੁਦਰਤ ਨੂੰ ਆਪ ਹੀ ਪੈਦਾ ਕੀਤਾ। ਕਰ ਆਸਣ ਡਿੱਠੋ ਚਾਓ, ਫਿਰ ਆਸਣ ਲਗਾ ਕੇ ਇਸ ਕੁਦਰਤ ਵਿੱਚ ਪ੍ਰਮਾਤਮਾ ਬਹਿ ਗਿਆ। ਆਪਾਂ ਕਹਿੰਦੇ ਰੱਬ ਦੀ ਦਰਗਾਹ ਕਿਹੜੀ ਹੈ? ਆਹ ਦੁਨੀਆ, ਆਹ ਕੁਦਰਤ ਹੀ ਰੱਬ ਦੀ ਦਰਗਾਹ ਹੈ। ਬਾਕੀ ਗੁਰਬਾਣੀ ਦਾ ਫੈਸਲਾ ਸੁਣ ਲਿਓ। ਜਿਹੜੇ ਕਹਿੰਦੇ ਜੀ ਇਹ ਨਾਸਤਕ ਹੈ, ਇਹ ਗੱਲਾਂ ਕਰਦੇ ਆ, ਗੁਰਬਾਣੀ ਇਹ ਗੱਲ ਕਹਿੰਦੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਪ੍ਰਮਾਤਮਾ ਚਾਹ ਨਾਲ ਇਸ ਦੁਨੀਆ ਨੂੰ ਸਾਜ ਰਿਹਾ ਤੇ ਵੇਖ ਰਿਹਾ ਇਸ ਕੁਦਰਤ ਵਿੱਚ ਬਹਿ ਕੇ, ਕਿਉਂਕਿ ਆਸਣ ਪ੍ਰਮਾਤਮਾ ਦਾ ਇਸ ਕੁਦਰਤ ਵਿੱਚ ਹੈ। ਦਾਤਾ ਕਰਤਾ ਆਪ ਤੂੰ। ਹੁਣ ਇੱਥੇ ਨਿਬੇੜਾ ਹੈ ਜਿਹੜੀ ਗੱਲ ਇੱਥੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ, ਉਹੀ ਇੱਥੇ ਆਸਾ ਦੀ ਵਾਰ ਵਿੱਚ ਵੀ ਹੈ ਕਿ ਦਾਤਾ ਭਾਵ ਕਿ ਦਾਤਾ ਦੇਣ ਵਾਲਾ ਕੇਵਲ ਨਿਰੰਕਾਰ ਹੈ, ਵਿਸ਼ਨੂੰ ਨਹੀਂ। ਕਰਤਾ ਭਾਵ ਕਿ ਕਰਤਾ ਪੈਦਾ ਕਰਨ ਵਾਲਾ ਪ੍ਰਮਾਤਮਾ ਹੀ ਆਪ ਹੈ, ਬ੍ਰਹਮਾ ਨਹੀਂ। ਦਾਤਾ ਕਰਤਾ ਆਪ ਤੂੰ, ਇਹ ਬੜੀ ਠੋਕ ਵਜਾ ਕੇ ਸ਼ਬਦ ਲਿਖੇ ਨੇ ਕਿ ਤੂੰ ਆਪ ਹੀ ਵਾਹਿਗੁਰੂ ਦਾਤਾ ਹੈ, ਆਪ ਹੀ ਦੁਨੀਆ ਨੂੰ ਰਿਜ਼ਕ ਦੇਣਾ ਹੈ, ਆਪ ਹੀ ਦੁਨੀਆ ਨੂੰ ਪੈਦਾ ਕਰਦਾ ਹੈ। ਤੁਸ ਦੇਵੇਂ ਕਰੇ ਪਸਾਓ, ਤੂੰ ਆਪ ਹੀ ਤਰੁੱਟ ਕੇ ਸਾਰਿਆਂ ਤੇ ਕਿਰਪਾ ਕਰ ਰਿਹਾ ਹੈ। ਤੂੰ ਜਾਣੋਈ ਸਭ ਸੇ, ਤੂੰ ਹੀ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ, ਭਾਵ ਦਿਲਾਂ ਵਿੱਚ ਵੀ ਤੂੰ ਹੀ ਰਹਿਣਾ ਹੈ। ਕਿਸੇ ਦੇ ਦਿਲ ਦੇ ਵਿੱਚ ਹੋਰ ਕੋਈ ਨਹੀਂ ਹੈ ਪ੍ਰਮਾਤਮਾ ਤੋਂ ਇਲਾਵਾ। ਤੂੰ ਜਾਣੋਈ ਸਭ ਸੇ, ਦੇ ਲੈਸੇ ਜਿੰਦ ਕੁਵਾਓ ਹੁਕਮ, ਆਪਣੇ ਇੱਕ ਹੁਕਮ ਨਾਲ ਜ਼ਿੰਦਗੀ ਦੇਣਾ ਹੈ, ਜ਼ਿੰਦਗੀ ਵਾਪਸ ਲੈ ਲੈਣਾ ਹੈ। ਭਾਵ ਕਿ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਉਹ ਵੀ ਤੇਰੇ ਕੰਟਰੋਲ ਦੇ ਵਿੱਚ ਹੈ। ਮੌਤ ਦਾ ਦਰਬਾਰ ਵੀ ਤੂੰ ਹੀ ਲਗਾਉਣਾ ਹੈ, ਭਾਵ ਕਿ ਮੌਤ ਵੀ ਤੇਰੇ ਅੰਡਰ ਹੈ। ਕਿਸੇ ਦੂਸਰੇ ਬੰਦੇ ਦੇ ਅੰਡਰ ਮੌਤ ਨਹੀਂ ਹੈ, ਕੋਈ ਦੂਜਾ ਬੰਦਾ ਕੁਝ ਨਹੀਂ ਕਰ ਸਕਦਾ। ਇਹ ਤਾਂ ਹਿੰਦੂ ਮਤ ਦੀ ਮੈਂ ਗੱਲ ਕਰ ਰਿਹਾ, ਸਾਡੇ ਲੋਕਾਂ ਦਾ ਵੀ ਬੜਾ ਬੁਰਾ ਹਾਲ ਹੈ। ਇੱਕ ਮੈਂ ਕਿਤਾਬ ਪੜ੍ਹਿਆ ਸੀ ਬਾਬਾ ਆਨੰਦ ਸਿੰਘ ਦੇ ਜੀਵਨ ਦੇ ਉੱਤੇ ਹੈ, ਸਮਸਤ ਇਲਾਹੀ ਜੋਤ ਬਾਬਾ ਆਨੰਦ ਸਿੰਘ। ਉਹਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਲਿਖ ਦਿੱਤੀ ਵੀ ਇੱਕ ਸੇਵਕ ਸੀ ਬਾਬਾ ਜੀ ਦਾ, ਦਿੱਲੀ ਦੇ ਵਿੱਚ ਰਹਿਣ ਵਾਲਾ, ਤੇ ਉਸ ਸੇਵਕ ਨੇ ਇੱਕ ਦਿਨ ਅਚਨਚੇਤ ਆਪਣੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਲੇਡੀ ਖੜੀ, ਔਰਤ ਖੜੀ, ਉਹਨੇ ਲਾਲ ਰੰਗ ਦੇ ਕੱਪੜੇ ਪਾਏ, ਹਾਰ ਸ਼ਿੰਗਾਰ ਕੀਤਾ ਹੋਇਆ। ਤੇ ਬਾਬਾ ਆਨੰਦ ਸਿੰਘ ਦਾ ਜਿਹੜਾ ਸੇਵਕ ਹੈ ਉਸ ਔਰਤ ਨੂੰ ਕਹਿੰਦੇ ਵੀ ਤੂੰ ਕੌਣ ਆ? ਉਹ ਕਹਿੰਦੀ ਮੈਂ ਮੌਤ ਹਾਂ। ਹੈਰਾਨੀ ਹੈ ਨਾ ਵੈਸੇ, ਆਪਾਂ ਅਚਨਚੇਤ ਦਰਵਾਜ਼ਾ ਖੋਲੀਏ ਬਾਥਰੂਮ ਦਾ, ਵਿੱਚ ਇੱਕ ਵਿਚਕਾਰ ਇੱਕ ਔਰਤ ਖੜੀ ਹੋਵੇ, ਬੰਦਾ ਵੈਸੇ ਡਰ ਜਾਂਦਾ, ਬੁਰਾ ਹਾਲ ਹੋ ਜਾਂਦਾ, ਤੂੰ ਕੌਣ ਹੈ? ਲੇਕਿਨ ਬੰਦਾ ਡਰਿਆ ਨਹੀਂ, ਦਰਵਾਜ਼ਾ ਖੋਲ੍ਹਿਆ ਬਾਥਰੂਮ ਦਾ, ਅੰਦਰ ਇੱਕ ਔਰਤ ਖੜੀ। ਉਹਨੂੰ ਬਾਥਰੂਮ ਵੀ ਦੱਸਿਆ ਸੀ, ਬੈਡਰੂਮ ਜਾਂ ਹੋਰ ਡਰਾਇੰਗ ਰੂਮ, ਲਿਵਿੰਗ ਰੂਮ ਨਜ਼ਰ ਨਹੀਂ ਆਇਆ। ਦਰਵਾਜ਼ਾ ਖੋਲ੍ਹਿਆ, ਅੰਦਰ ਔਰਤ ਖੜੀ, ਤੂੰ ਕੌਣ ਹੈ? ਮੈਂ ਮੌਤ ਹਾਂ। ਉਹ ਕਹਿੰਦੀ ਮੈਂ ਤੈਨੂੰ ਲੈਣ ਵਾਸਤੇ ਆਈ ਹਾਂ। ਅੱਗੋਂ ਬਾਬਾ ਆਨੰਦ ਸਿੰਘ ਦਾ ਸੇਵਕ ਕਹਿੰਦਾ ਤੂੰ ਬਾਬਾ ਆਨੰਦ ਸਿੰਘ ਦੇ ਕੋਲ ਪਰਮਿਸ਼ਨ ਲਈ ਪੁੱਛ ਕੇ ਆਈ? ਉਹ ਕਹਿੰਦੀ ਨਹੀਂ ਲੋੜ ਹੈ। ਉਹ ਕਹਿੰਦਾ ਬਿਲਕੁਲ ਲੋੜ ਹੈ, ਪਹਿਲਾਂ ਉਹਨਾਂ ਦੇ ਕੋਲ ਜਾ, ਪਰਮਿਸ਼ਨ ਲੈ ਕੇ ਆ, ਫਿਰ ਮੈਨੂੰ ਲੈ ਕੇ ਜਾਵੀਂ। ਆਹ ਤਾਂ ਸਾਡੇ ਲੋਕਾਂ ਦਾ ਹਾਲ ਹੈ। ਪਰ ਬਾਬਾ ਆਨੰਦ ਸਿੰਘ ਦੇ ਕੋਲ ਗਈ ਮੌਤ, ਤੇ ਮੌਤ ਨੇ ਕਿਹਾ ਵੀ ਮੈਂ ਉਹਨਾਂ ਨੂੰ ਲੈ ਕੇ ਜਾਣਾ ਤੇ ਪਰਮਿਸ਼ਨ ਦਿਓ, ਤੇ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਤੇ ਮੌਤ ਨੂੰ ਵਾਪਸ ਮੁੜਨਾ ਪਿਆ। ਇਹ ਸਾਡੇ ਲੋਕਾਂ ਦੇ ਹਾਲਾਤ ਹੈ। ਆਪਾਂ ਦੂਸਰਿਆਂ ਵੱਲ ਕਿਉਂ ਜਾਈਏ? ਸਾਡੇ ਲੋਕਾਂ ਦੇ ਵੀ ਆਹੀ ਹਾਲਾਤ ਹੈ।
ਇਦਾਂ ਦੀਆਂ ਕਥਾ ਕਹਾਣੀਆਂ ਫਾਲਤੂ ਜੀਆਂ ਨਾਲ ਜੋੜ ਕੇ ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਲਗਾਤਾਰ। ਤੇ ਗੁਰੂ ਸਾਹਿਬਾਨਾਂ ਦੇ ਬਰਾਬਰ ਆਪਾਂ ਉਹਨਾਂ ਸਾਧਾਂ ਨੂੰ ਖੜਾ ਕੀਤਾ ਪਿਆ। ਇੱਥੇ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਤੂੰ ਜਾਂ ਨੋਈ ਸਭ ਸੈਂ ਦੇ ਲੈਸੇ ਜਿੰਦ ਕਵਾਓ, ਕਰ ਆਸਨ ਡਿਠੋ ਚਾਓ। ਇਸ ਕੁਦਰਤ ਵਿੱਚ ਆਸਨ ਲਗਾ ਕੇ ਮੇਰੇ ਮਾਲਕ ਜੀ ਤੁਸੀਂ ਬੈਠੇ ਹੋ ਤੇ ਸਾਰੀ ਕਾਇਨਾਤ ਨੂੰ ਦੇਖ ਰਹੇ ਹੋ। ਹੁਣ ਵੇਖੋ ਸਪਸ਼ਟ ਫੈਸਲਾ ਹੈ, ਸ਼ਿਵ ਬ੍ਰਹਮਾ ਵਿਸ਼ਨੂੰ ਦੀ ਤਾਂ ਗੱਲ ਗੁਰਬਾਣੀ 'ਚ ਬਿਲਕੁਲ ਹੀ ਗਲਤ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਇਹ ਵੀ ਸੁਣ ਲਿਓ, ਬ੍ਰਹਮਾ ਵਿਸ਼ਨ ਮਹਾਦੇਵ। ਬ੍ਰਹਮਾ ਜੀ, ਵਿਸ਼ਨੂੰ ਜੀ ਤੇ ਸ਼ਿਵ ਤ੍ਰੈ ਗੁਣ ਰੋਗੀ। ਇਹ ਵੀ ਮਾਇਆ ਦੇ ਤਿੰਨਾਂ ਗੁਣਾਂ ਦੇ ਰੋਗੀ ਹੈ। ਮਾਇਆ ਦੇ ਕਿਹੜੇ ਗੁਣ ਹੈ? ਰਜੋ, ਤਮੋ ਤੇ ਸਤੋ। ਇਹ ਖੁਦ ਵੀ ਰੋਗੀ ਹੈ, ਬਾਕੀ ਤੁਸੀਂ ਜੀਵਨ ਪੜ੍ਹ ਕੇ ਦੇਖ ਲਿਓ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਪੂਰੀ ਜ਼ਿੰਦਗੀ ਇਹਨਾਂ ਦੇ ਵਿੱਚ ਵੀ ਹਉਮੈ ਰਹੀ ਹੈ, ਹਉਮੈ ਦੇ ਅਧੀਨ ਰਹੇ ਨੇ। ਇਹ ਗੁਰੂ ਸਾਹਿਬ ਐਦਾਂ ਨਹੀਂ ਕਹਿ ਰਹੇ, ਕਿਉਂਕਿ ਸਾਰਾ ਕੁਝ ਉਹਨਾਂ ਦੀਆਂ ਕਿਤਾਬਾਂ 'ਚ, ਗ੍ਰੰਥਾਂ 'ਚ, ਪੁਰਾਣਾਂ 'ਚ ਲਿਖਿਆ ਹੈ। ਬ੍ਰਾਹਮਣ ਨੇ ਉਹਨਾਂ ਉੱਤੇ ਵੀ ਦੂਸ਼ਣ ਲਗਾਏ ਨੇ, ਖੁਦ ਪੜ੍ਹ ਕੇ ਤੁਸੀਂ ਦੇਖ ਲਿਓ। ਵਿਸ਼ਨੂੰ ਦੇ ਉੱਤੇ ਵੀ ਦੂਸ਼ਣ ਹੈ, ਬ੍ਰਹਮਾ ਦੇ ਉੱਤੇ ਆਪਣੀ ਧੀ ਦਾ ਦੂਸ਼ਣ ਹੈ, ਸ਼ਿਵ ਦੇ ਉੱਤੇ ਵੀ ਦੂਸ਼ਣ ਹੈ। ਉਹਨੇ ਤੇ ਆਪਣੇ ਭਗਵਾਨਾਂ ਨੂੰ ਨਹੀਂ ਛੱਡਿਆ। ਬਾਕੀ ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਿਓ, ਗੁਰੂ ਨੇ ਤਾਂ ਉਹੀ ਲਿਖਿਆ ਜੋ ਸੱਚ ਹੈ। ਬ੍ਰਹਮਾ ਵਿਸ਼ਨ ਤ੍ਰੈ ਗੁਣ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸ ਨਾ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਹਨੇ ਇਹਨਾਂ ਨੂੰ ਪੈਦਾ ਕੀਤਾ ਉਹਨੂੰ ਛੱਡ ਕੇ ਆਪਣੀ ਪੂਜਾ ਕਰਾਉਣ ਲੱਗ ਪਏ। ਲੇਕਿਨ ਇਹ ਗੱਲ ਸਮਝਾਈ ਸਾਡੇ ਗੁਰੂ ਨੇ ਕਿ ਤੁਸੀਂ ਇਹਨਾਂ ਦੇ ਪਿੱਛੇ ਨਹੀਂ, ਕੇਵਲ ਆਪਣੇ ਗੁਰੂ ਦੀ ਗੱਲ ਨੂੰ ਫੋਲੋ ਕਰਨਾ। ਤੇ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਪੌੜੀ 'ਚ ਆਖੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਐ ਸਿੱਖਾ, ਇਹਨਾਂ ਦੇ ਮੂਹਰੇ ਹੱਥ ਨਹੀਂ ਜੋੜਨੇ, ਸੀਸ ਨਹੀਂ ਝੁਕਾਉਣਾ। ਸੀਸ ਝੁਕਾ ਆਦੇਸ਼ ਤਿਸੈ ਆਦੇਸ਼। ਉਸ ਪ੍ਰਮਾਤਮਾ ਦੇ ਸਾਹਮਣੇ ਝੁਕੀਏ, ਨਮਸਕਾਰ ਕਰੀਏ, ਜਿਹੜਾ ਸਭ ਦਾ ਮੁੱਢ ਹੈ, ਜਿਹਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜਿਹੜਾ ਨਾਸ਼ ਰਹਿਤ ਹੈ, ਜਿਹੜਾ ਕਲੰਕ ਰਹਿਤ ਹੈ, ਜਿਹੜਾ ਹਰ ਸਮੇਂ ਵਿੱਚ ਇੱਕ ਤਰ੍ਹਾਂ ਦਾ ਰਹਿੰਦਾ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਐਸੇ ਮਹਾਨ ਗੁਣਾਂ ਵਾਲੇ ਪ੍ਰਮਾਤਮਾ ਨੂੰ ਛੱਡ ਕੇ ਬੰਦਾ ਹੋਰ ਜਗ੍ਹਾ ਤੇ ਟੱਕਰਾਂ ਮਾਰੇ ਤਾਂ ਬੰਦੇ ਦੀ ਬਦਕਿਸਮਤੀ ਹੈ। ਆਓ ਗੁਰੂ ਨਾਨਕ ਸਾਹਿਬ ਦੇ ਇਹਨਾਂ ਬੋਲਾਂ ਦੀ ਵਿਚਾਰ ਕਰੀਏ ਤੇ ਜੀਵਨ ਨੂੰ ਸਾਫ਼ ਸੁਥਰਾ ਬਣਾਈਏ। ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।